Today, our subject is Pedagogy of Science Education, and our topic is Refraction of Light through Glass Slab. ਕੱਚ ਦੀ ਸਲੈਬ ਵਿੱਚੋਂ ਪ੍ਰਕਾਸ਼ ਦਾ ਅਪਵਰਤਨ। ਸੋ ਜੇਕਰ ਤੁਸੀਂ ਪਹਿਲਾਂ ਵਾਲੀ ਵੀਡੀਓ ਜਿਹਦੇ ਵਿੱਚ ਆਪਾਂ ਡਿਸਕਸ ਕੀਤਾ ਸੀ ਕਿ ਪ੍ਰਕਾਸ਼ ਦੇ ਅਪਵਰਤਨ ਦੇ ਕਿਹੜੇ-ਕਿਹੜੇ ਨਿਯਮ ਹੁੰਦੇ ਹਨ ਅਤੇ ਅਪਵਰਤਨ ਅੰਕ ਕੀ ਹੁੰਦਾ ਹੈ, ਜੇਕਰ ਤੁਸੀਂ ਉਹ ਵੀਡੀਓ ਵਾਚ ਨਹੀਂ ਕੀਤੀ ਤਾਂ ਲਿੰਕ ਜਿਹੜਾ ਹੈਗਾ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ। ਤੁਸੀਂ ਜਾ ਕੇ ਪਹਿਲਾਂ ਉਹ ਵੀਡੀਓ ਦੇਖੋ, ਉਸ ਤੋਂ ਬਾਅਦ ਤੁਹਾਨੂੰ ਇਹ ਵਾਲਾ ਟੌਪਿਕ ਜਿਹੜਾ ਹੈਗਾ ਸਮਝਣ ਦੇ ਵਿੱਚ ਈਜ਼ੀ ਹੋਏਗਾ। ਸੋ ਹੁਣ ਆਪਾਂ ਅੱਜ ਦਾ ਟੌਪਿਕ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕੱਚ ਦੀ ਸਲੈਬ ਵਿੱਚੋਂ ਪ੍ਰਕਾਸ਼ ਦਾ ਅਪਵਰਤਨ ਜਿਹੜਾ ਤੁਹਾਨੂੰ ਐਕਸਪੈਰੀਮੈਂਟ ਵੀ ਹੈਗਾ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਅਗਰ ਆਪਾਂ ਐਕਸਪੈਰੀਮੈਂਟ ਪਰਫੋਰਮ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਕੋਈ ਵੀ ਕੱਚ ਦੀ ਸਲੈਬ ਲੈਂਦੇ ਹਾਂ। ਆਪਾਂ ਕੱਚ ਦੀ ਸਲੈਬ ਲਵਾਂਗੇ, ਇਹ ਆਪਣੇ ਕੋਲ ਕੱਚ ਦੀ ਸਲੈਬ ਆ। ਉਹਨੂੰ ਆਪਾਂ ਇੱਕ ਡਰਾਇੰਗ ਬੋਰਡ ਹੋਏਗਾ, ਉਹਦੇ ਉੱਪਰ ਆਪਾਂ ਵਾਈਟ ਕਲਰ ਦੀ ਸ਼ੀਟ ਜਿਹੜੀ ਆ ਪਿੰਨ ਕਰ ਲਾਂਗੇ। ਤੁਸੀਂ ਇੱਥੇ ਪਿੰਨ ਲਗਾਓਗੇ, ਇੱਕ ਪਿੰਨ ਇੱਥੇ ਲਗਾਓਗੇ, ਇੱਕ ਪਿੰਨ ਇੱਥੇ ਲਗਾਓਗੇ ਐਂਡ 4th ਪਿੰਨ ਇੱਥੇ ਲਗਾਓਗੇ। ਇਹ ਪਿੰਨ ਤਾਂ ਲਗਾਏ ਜਾਂਦੇ ਆ ਤਾਂ ਕਿ ਜਿਹੜੀ ਪੇਪਰ ਦੀ ਸ਼ੀਟ ਹੈਗੀ ਆ ਉਹ ਆਪਣੀ ਜਗ੍ਹਾ ਤੋਂ ਨਾ ਹਿੱਲੇ। ਤਾਂ ਸੈਕਿੰਡ, ਆਪਾਂ ਸਭ ਤੋਂ ਪਹਿਲਾਂ ਪ੍ਰਿਜ਼ਮ ਨੂੰ ਰੱਖ ਕੇ ਆਪਣੇ ਕੋਲ ਗਲਾਸ ਸਲੈਬ ਆ, ਤਾਂ ਆਪਾਂ ਗਲਾਸ ਸਲੈਬ ਨੂੰ ਰੱਖ ਕੇ ਉਹਦੀ ਬਾਉਂਡਰੀ ਡਰਾ ਕਰਾਂਗੇ ਪੈਨਸਿਲ ਨਾਲ, ਜਿਹਨੂੰ ਆਪਾਂ ਨਾਮ ਦੇ ਸਕਦੇ ਹਾਂ ਬਾਉਂਡਰੀ ਨੂੰ ਕੋਈ ਵੀ A, B, C ਐਂਡ D। ਉਸ ਤੋਂ ਬਾਅਦ ਅਸੀਂ ਇਹਦੇ ਜਿਹੜੀ AB ਬਾਉਂਡਰੀ ਹੋਏਗੀ, AB ਫੇਸ ਆ ਬਾਉਂਡਰੀ ਦਾ, ਉਹਦੇ 'ਤੇ ਆਪਾਂ ਨੋਰਮਲ ਡਰਾ ਕਰਾਂਗੇ 90 ਡਿਗਰੀ 'ਤੇ। ਉਸ ਤੋਂ ਬਾਅਦ ਇੱਥੇ ਕੋਈ ਵੀ ਤੁਸੀਂ 2 ਪਿੰਨ ਲਗਾਓਗੇ, ਇੱਕ ਪਿੰਨ ਤੁਸੀਂ ਇੱਥੇ ਲਗਾ ਲਿਆ, ਸੈਕਿੰਡ ਪਿੰਨ ਇੱਥੇ ਲਗਾ ਲਿਆ। ਉਸ ਤੋਂ ਬਾਅਦ ਤੁਸੀਂ ਜਿਹੜੀ ਪਿੰਨ ਨੂੰ ਲਗਾ ਕੇ ਸਲੈਬ ਨੂੰ ਫਿਰ ਉੱਪਰ ਰੱਖੋਗੇ ਐਂਡ ਆਪਾਂ ਹੁਣ ਕਰਾਂਗੇ ਸੈਕਿੰਡ ਸਟੈਪ। ਸੈਕਿੰਡ ਸਟੈਪ ਦੇ ਵਿੱਚ ਤੁਸੀਂ ਇਸ ਤਰ੍ਹਾਂ ਇੱਥੇ ਤਾਂ ਸਲੈਬ ਪਈ ਹੋਈ ਆ, ਗਲਾਸ ਸਲੈਬ ਪਈ ਹੈ, ਇਹ ਤੁਸੀਂ ਇੰਸੀਡੈਂਟ ਇੱਥੇ ਤੁਸੀਂ ਨੋਰਮਲ ਡਰਾ ਕੀਤਾ, ਇਹ ਤੁਹਾਡੀ ਇੰਸੀਡੈਂਟ ਲਾਈਟ ਹੈ। ਇੱਥੇ ਤੁਸੀਂ ਕੋਈ ਵੀ 2 ਪਿੰਨ, ਇੱਥੇ ਤੁਸੀਂ ਕੋਈ ਵੀ ਐਂਗਲ ਬਣਾ ਸਕਦੇ ਹੋ, ਐਂਗਲ ਆਫ ਇੰਸੀਡੈਂਟ ਜਿਹੜੀ D ਹੁੰਦੀ ਆ। D ਤੁਸੀਂ ਦੇਖੀ ਹੋਣੀ ਹੈ ਡਿਵਾਈਡਰ, ਜਿਹਦੇ ਵਿੱਚ ਡਿਵਾਈਡਰ ਤੁਸੀਂ ਦੇਖਿਆ ਹੋਏਗਾ, ਜਿਹਦੇ ਵਿੱਚ ਇਸ ਤਰ੍ਹਾਂ ਕਰਕੇ, ਜਿਹਨੂੰ ਆਪਾਂ D ਵੀ ਬੋਲਦੇ ਹਾਂ, ਉਹਦੇ ਵਿੱਚ ਐਂਗਲਸ ਹੁੰਦੇ ਆ। ਇੱਥੇ 90 ਡਿਗਰੀ ਦਾ ਹੁੰਦਾ, 180 ਡਿਗਰੀ ਤੱਕ ਜਾਂ 120 ਡਿਗਰੀ ਤੱਕ ਉਹਦੀਆਂ ਸਕੇਲਸ ਜਾਂ ਡਿਵੀਜ਼ਨ ਬਣੀਆਂ ਹੁੰਦੀਆਂ ਡਿਗਰੀਜ਼ ਵਿੱਚ। ਤਾਂ ਤੁਸੀਂ ਉਹਨੂੰ ਰੱਖ ਕੇ ਇੱਥੇ ਕੋਈ ਵੀ ਐਂਗਲ ਡਰਾ ਕਰ ਲੈਣਾ। ਉਸ ਤੋਂ ਬਾਅਦ ਤੁਸੀਂ ਇੱਥੇ 2 ਪਿੰਨ ਲਗਾ ਲੈਣੇ ਆ। ਪਿੰਨ ਨੂੰ ਇਸ ਤਰ੍ਹਾਂ ਪਲੇਸ ਕਰਨਾ, ਇਹਨਾਂ ਦੇ ਵਿੱਚ ਥੋੜ੍ਹਾ ਡਿਸਟੈਂਸ ਹੋਵੇ। ਉਸ ਤੋਂ ਬਾਅਦ ਆਪਾਂ ਕੱਚ ਦੀ ਸਲੈਬ ਨੂੰ ਫਿਰ ਦੁਬਾਰਾ ABCD ਬਾਉਂਡਰੀ ਉੱਤੇ ਹੀ ਰੱਖਾਂਗੇ, ਜਿਹੜੀ ਆਪਾਂ ਪਹਿਲਾਂ ਡਰਾ ਕੀਤੀ ਸੀ। ਜਿਵੇਂ ਫਿਰ ਤੁਸੀਂ ਦੇਖ ਰਹੇ ਹੋ, ਬਾਉਂਡਰੀ ਦੇ ਉੱਪਰ ਰੱਖ ਕੇ ਗਲਾਸ ਸਲੈਬ ਨੂੰ ਜਿਹੜੇ 2 ਪਿੰਨ ਹੈਗੇ ਆ ਲੱਗੇ ਹੋਏ ਆ, ਉਹਨਾਂ ਨੂੰ ਤੁਸੀਂ ਪ੍ਰਿਜ਼ਮ ਵਿੱਚ ਵੇਖਣਾ, ਗਲਾਸ ਸਲੈਬ ਵਿੱਚ ਦੇਖਣਾ। ਜਿਹੜੇ ਪਿੰਨ ਲੱਗੇ ਹੋਏ ਆ ਉਹਨਾਂ ਨੂੰ ਗਲਾਸ ਸਲੈਬ ਵਿੱਚ ਵੇਖਣਾ। ਜਦੋਂ ਤੁਸੀਂ ਗਲਾਸ ਸਲੈਬ ਵਿੱਚ ਵੇਖੋਗੇ ਤਾਂ ਤੁਹਾਨੂੰ ਜਿਹੜੇ ਇਹ 2 ਪਿੰਨ ਨਜ਼ਰ ਆ ਰਹੇ ਆ, ਜਿਹੜੇ ਆਹ ਵਾਲੇ 2 ਪਿੰਨ ਆ, ਇਹ ਤੁਸੀਂ ਕਿੱਦਾਂ ਲਗਾਓਗੇ, ਇਹ ਤੁਸੀਂ ਇਸ ਤਰ੍ਹਾਂ ਲਗਾਉਣੇ ਆ ਕਿ ਜਿਹੜੇ 4 ਪਿੰਨ ਹੈਗੇ ਆ 1 2 3 4, ਇਹ ਸਾਰੇ ਇੱਕੋ ਸਟ੍ਰੇਟ ਲਾਈਨ ਦੇ ਵਿੱਚ ਹੋਣ। ਤੁਸੀਂ ਇਹ ਵਾਲੇ 2 ਪਿੰਨ ਇਸ ਤਰ੍ਹਾਂ ਲਗਾਉਣੇ ਆ, ਉਹਨਾਂ ਨੂੰ ਜਿਹੜੇ ਦੂਸਰੇ 2 ਪਿੰਨ ਆ ਉਹਨਾਂ ਨੂੰ ਗਲਾਸ ਸਲੈਬ ਵਿੱਚ ਦੇਖ ਕੇ ਇਸ ਤਰ੍ਹਾਂ ਲਗਾਉਣਾ ਕਿ ਜਿਹੜੇ ਚਾਰੇ ਪਿੰਨ ਹੈਗੇ ਆ ਇੱਕ ਸਟ੍ਰੇਟ ਲਾਈਨ ਦੇ ਵਿੱਚ ਹੋਣ। ਤਾਂ ਤੁਸੀਂ ਲਿਟਲ ਬਿਟ ਇੱਥੇ ਟੇਬਲ ਕੋਲੋਂ ਬੈਂਡ ਹੋਵੋਗੇ, ਆਪਣੀ ਆਈ ਨੂੰ ਗਲਾਸ ਸਲੈਬ ਵਿੱਚ ਦੇਖੋਗੇ, ਪਿੰਨ ਨੂੰ ਦੇਖਣ ਦੀ ਕੋਸ਼ਿਸ਼ ਕਰੋਗੇ ਜਿਹੜੇ 2 ਪਿੰਨ ਪਹਿਲਾਂ ਲਗਾਏ ਸੀ ਤੁਸੀਂ ਇੰਸੀਡੈਂਟ ਲਾਈਟ ਕੋਲ। ਉਸ ਤੋਂ ਬਾਅਦ ਜਿਹੜੇ 2 ਵਾਲੇ ਪਿੰਨ ਹੋਣਗੇ ਇਹਨਾਂ ਨੂੰ ਇਸ ਤਰ੍ਹਾਂ ਲਗਾਉਣਾ ਕਿ ਚਾਰੇ ਪਿੰਨ ਇੱਕ ਸਟ੍ਰੇਟ ਲਾਈਨ ਦੇ ਵਿੱਚ ਤੁਹਾਨੂੰ ਨਜ਼ਰ ਆਉਣ। ਐਂਡ ਨੈਕਸਟ ਵਾਲਾ ਸਟੈਪ ਕੀ ਹੋਏਗਾ, ਉਸ ਤੋਂ ਬਾਅਦ ਆਪਾਂ ਜਿਹੜੇ 2 ਪਿੰਨ ਲਗਾਏ ਸੀ ਇੱਥੇ ਐਂਡ ਇੱਥੇ, ਉਹਨਾਂ ਦੋਨਾਂ ਨੂੰ
रिमूव कर देंगे, पिनस नूं रिमूव करके ग्लास स्लैब नूं भी आपां अपनी जगह तो हटा देंगे। उस तो बाद आपां इन्हां दी नेमिंग करांगे। तुसीं पेंसिल नाल सब तो पहला इंसीडेंट रे लिखोगे, उस तो बाद इंसीडेंट रे किहड़ा एंगल बनाउंदी है, क्योंकि आपतित किरण आ ये लंब दे नाल आपतित कोण बनाएगी। इत्थे अपने कोले एयर आ, इत्थे ग्लास आ। जिवें कि आपां पहला पढ़ चुके हैं, जदों प्रकाश की किरण विरले माध्यम तो संघने माध्यम वल जाती है तो वह लंब दे वल मुड़ जाती है। हुण तुसीं देखोगे जिहड़ी लाइट आ तां यह इंसीडेंट लाइट जदों प्रकाश की किरण विरले माध्यम तो संघने माध्यम वल जाती है तो लंब इत्थे अपने कोले लंब आ, लंब दे वल मुड़ जाती है। तो यह अपने कोले किहड़ी किरण हुई, ये अपने कोले हुई अपवर्तित किरण जां रिफ्रैक्टेड रे। ये लंब वल मुड़ गई। एंड हुण देखो इस इंटरफेस से देखो, जदों प्रकाश की किरण हुण ग्लास स्लैब की है संघना माध्यम आ, एयर की है विरला माध्यम आ। संघने माध्यम तो विरले माध्यम वल जाती है तो यह लंब तो परे वल मुड़ जाती है। तो यह की है लंब तो परे वल मुड़ जाती है। तो इसनूं आपां ई नूं की बोलांगे निकासी कोण। ये किहड़ी होएगी एमरजेंट रे, और ये वाली होएगी इमरजेंट रे। और निकासी किरण ये आपतित किरण, ये अपवर्तित किरण ते ये निकासी किरण। ई की है एंगल ऑफ इमरजेंस या निकासी कोण। इत्थे अपने कोले बनेगा एंगल R1, ये होएगा अपवर्तित कोण, ते R2 ये होएगा जिहड़ा अपने कोले अपवर्तन तो बाद जिहड़ा कोण बनिया ਉਹ। एंड उस तो बाद आपां करांगे हुण तुसीं देखोगे कि जिहड़ी आपां अगर इंसीडेंट लाइट नूं पिछे वल नूं ਇਹਦੀ ਇਮੇਜ ਡਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਐਗਜ਼ੈਕਟ ਇਹਨੂੰ ਆਪਾਂ ਪਿੱਛੇ ਵੱਲ ਨੂੰ ਸਪੋਜ਼ ਕਰਕੇ ਬਣਾਉਂਦੇ ਹਾਂ ਤਾਂ ਇਦਾਂ ਹੋਣੀ ਚਾਹੀਦੀ ਸੀ। ਤੁਸੀਂ ਦੇਖਿਆ ਕਿ ਇਹ ਨਿਕਾਸੀ ਕਿਰਨ ਜਿਹੜੀ ਹੈਗੀ ਆ, ਅਗਰ ਜਿਹੜਾ ਇਹਦਾ ਇੰਸੀਡੈਂਟ ਰੇ ਦਾ ਪਾਥ ਉਹ ਇਦਾਂ ਹੋਣਾ ਚਾਹੀਦਾ ਸੀ, ਬਟ ਐਕਚੁਅਲ ਦੇ ਵਿੱਚ ਇਦਾਂ ਆ ਰਹੀ ਆ। ਇਹਨਾਂ ਦੇ ਵਿੱਚ ਥੋੜ੍ਹਾ ਡਿਸਟੈਂਸ ਆ ਰਿਹਾ, ਤਾਂ ਇਹਨੂੰ ਆਪਾਂ ਬੋਲਾਂਗੇ ਲੇਟਰਲ ਡਿਸਪਲੇਸਮੈਂਟ ਜਾਂ ਲੇਟਰਲ ਸ਼ਿਫਟ। ਇਹ ਕਾਹਦੇ ਕਿਉਂ ਆਇਆ ਲੇਟਰਲ ਸ਼ਿਫਟ? ਇਹਨਾਂ ਇਹੀ ਡਿਸਟੈਂਸ ਤੁਸੀਂ ਮੈਜ਼ਰ ਕਰੋਗੇ ਐਕਸਪੈਰੀਮੈਂਟ ਦੇ ਵਿੱਚ। ਤੁਹਾਨੂੰ ਇਹੀ ਸੀ ਕਿ ਜਿਹੜਾ ਲੇਟਰਲ ਡਿਸਪਲੇਸਮੈਂਟ ਹੈ ਜਾਂ ਲੇਟਰਲ ਸ਼ਿਫਟ ਆ ਉਹਨੂੰ ਤੁਸੀਂ ਡਿਸਟੈਂਸ ਦੱਸਣਾ ਕਿੰਨਾ, ਤੇ ਇਹਨੂੰ ਤੁਸੀਂ ਸਕੇਲ ਦੇ ਨਾਲ ਦੇਖ ਸਕਦੇ ਹੋ ਕਿੰਨੇ ਸੈਂਟੀਮੀਟਰ ਤੁਸੀਂ ਮੈਜ਼ਰ ਕਰ ਸਕਦੇ ਹੋ। ਤੇ ਇਹ ਜਿਹੜੀ ਲੇਟਰਲ ਸ਼ਿਫਟ ਹੈਗੀ ਕਿਉਂ ਆਈ? ਕਿਉਂਕਿ ਆਪਣੇ ਕੋਲੇ ਦੋਨੇ ਜਿਹੜੇ ਗਲਾਸ ਸਲੈਬ ਹੈਗੀ ਆ ਉਹਨੇ ਜਿਹੜੇ ਦੋਨੋਂ ਫੇਸ ਆ ਉਹ ਦੋਨੇ ਪੈਰਲਰ ਆ, ਤਾਂ ਕਰਕੇ ਆਪਣੇ ਕੋਲ ਇੱਥੇ ਲੇਟਰਲ ਡਿਸਪਲੇਸਮੈਂਟ ਜਿਹੜਾ ਇਹ ਸ਼ਿਫਟ ਆਇਆ ਲੇਟਰਲ ਡਿਸਪਲੇਸਮੈਂਟ ਦਾ। ਤਾਂ ਇਹ ਸੀ ਸਾਰੀ ਰੇ ਡਾਇਗਰਾਮ ਜਿਹੜੀ ਆਪਣੇ ਕੋਲੇ ਲਾਈਟ ਦੀ ਸੀ। ਜੇਕਰ ਆਪਣੇ ਕੋਲੇ ਇਹ ਆਪਣੇ ਕੋਲੇ ਗਲਾਸ ਸਲੈਬ ਆ, ਲਾਈਟ ਇਸ ਤਰ੍ਹਾਂ ਆ ਰਹੀ ਆ, ਨੋਰਮਲੀ ਆਵੇ ਲਾਈਟ ਵੀ, ਲਾਈਟ ਨੋਰਮਲ ਆਵੇ, ਇੱਥੇ 90 ਡਿਗਰੀ ਦਾ ਐਂਗਲ ਬਣਾਵੇ इंसीडेंट रे ਜਾਂ ਆਪਤਿਤ किरण, ਤਾਂ ਤੁਸੀਂ ਦੇਖੋਗੇ ਇਹ ਲੰਬ ਦੇ ਵੱਲ ਨਹੀਂ ਮੁੜਦੀ, ਇਹ ਸਿੱਧਾ ਹੀ ਲੰਘੇਗੀ ਅਤੇ ਇਸ ਤੋਂ ਬਾਅਦ ਵੀ 90 ਡਿਗਰੀ ਦਾ ਐਂਗਲ ਬਣਾਏਗੀ ਤੇ ਫਿਰ ਸਿੱਧਾ ਹੀ ਲੰਘ ਜਾਏਗੀ। ਇਹਦੀ ਦਿਸ਼ਾ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ, ਬਟ ਇਹਦੀ ਸਪੀਡ ਦੇ ਵਿੱਚ ਚੇਂਜ ਆ ਸਕਦਾ ਇਸ ਕਿਰਨ ਦੀ ਜਦੋਂ ਇਹ ਏਅਰ ਤੋਂ ਗਲਾਸ ਵੱਲ ਜਾਏਗੀ। ਏਅਰ ਤੋਂ ਗਲਾਸ ਵੱਲ ਜਾਏਗੀ। ਇਹ ਸਪੈਸ਼ਲ ਕੇਸ ਹੈਗਾ, ਤੁਸੀਂ ਯਾਦ ਰੱਖਣਾ। ਜਦੋਂ ਵੀ 90 ਡਿਗਰੀ 'ਤੇ ਇੰਸੀਡੈਂਟ ਰੇ ਜਿਹੜੀ ਹੈਗੀ ਆ ਗਲਾਸ ਸਲੈਬ ਵਿੱਚੋਂ ਦੀ ਲੰਘੇਗੀ ਤਾਂ ਇਹਦੀ ਡਾਇਰੈਕਸ਼ਨ ਦੇ ਵਿੱਚ ਕੋਈ ਚੇਂਜ ਨਹੀਂ ਆਏਗਾ, ਜਸਟ ਇਹਦੀ ਸਪੀਡ ਦੇ ਵਿੱਚ ਚੇਂਜ ਆਏਗਾ। ਹੁਣ ਆਪਾਂ ਨੈਕਸਟ ਕਰਾਂਗੇ ਕਿ ਜਿਹੜੀ ਲੇਟਰਲ ਡਿਸਪਲੇਸਮੈਂਟ ਹੁੰਦੀ ਆ ਉਹਦਾ ਫਾਰਮੂਲਾ ਕੀ ਹੁੰਦਾ। ਅਗਰ ਇਹ ਵੈਸੇ ਹਾਇਰ ਕਲਾਸਿਸ ਵਿੱਚ ਹੁੰਦਾ, ਫਿਰ ਵੀ ਆਪਾਂ ਡਿਸਕਸ ਕਰ ਲੈਂਦੇ ਹਾਂ। ਜਿਹੜਾ ਇਹਦਾ ਫਾਰਮੂਲਾ ਹੁੰਦਾ ਹੈਗਾ ਉਹ ਹੁੰਦਾ, ਆਪਾਂ ਇਹਨੂੰ ਡੀ ਨਾਲ ਵੀ ਲਿਖ ਸਕਦੇ ਹੋ, ਕਈ ਬੁੱਕਸ 'ਤੇ ਇਹਨੂੰ ਐਲ ਨਾਲ ਲਿਖਿਆ ਹੋਇਆ, ਤਾਂ ਤੁਸੀਂ ਐਲ ਨਾਲ ਵੀ ਲਿਖ ਸਕਦੇ ਹੋ। ਡੀ ਇਕੁਅਲ ਆ ਟੀ ਸਾਈਨ I माइनस R अपॉन
cos r। ये तुसी फार्मूला लर्न कर लेना। जी टी है इत्थे वो थिकनेस है ग्लास स्लैब की। थिक कितनी है ग्लास स्लैब कितनी थिक है। जेकर थिकनेस ज़्यादा होएगी तो डिसप्लेसमेंट भी ज़्यादा होएगी। ठीक है, मतलब इन्हां विच डिस्टेंस ज़्यादा आएगा। जेकर ग्लास स्लैब की थिकनेस आप घटा रहे हैं तो जिहड़ी लेटरल डिसप्लेसमेंट वो भी घटेगी, क्योंकि दोनों की है डायरैक्टली प्रपोर्शनल। ये तुसी हमेशा याद रखना। जिन्नी ज़्यादा पतली स्लैब होएगी, जिन्नी ज़्यादा ग्लास स्लैब की थिकनेस घट होएगी, उन्नी घट की है लेटरल डिसप्लेसमेंट होएगी। ताइयों जिहड़ी अपने ग्लास हुंदी है, विंडो विच जिहड़ा ग्लास लग्गिया हुंदा उहदी थिकनेस बहुत घट हुंदी है। जिहड़ी लाइट हुंदी आ ओह इदां करके स्ट्रेट लंघ जाती है, तां ही लंघदी है क्योंकि थिकनेस बहुत घट आ, तो उत्थे डिसप्लेसमेंट बहुत घट होएगी, लेटरल डिसप्लेसमेंट बहुत घट होएगी। तो तुसी फार्मूला याद रखना, ये तुसी कॉन्सैप्ट भी याद रखना। तो ये आपां तुसी देख सकते हो इत्थे आपां दिखा रहे हैं उधरों की आ ये रे डायग्राम हैगी आ। ਇਹਦੇ ਵਿੱਚ इंसीडेंट रे आ रही है एंड उस तो बाद ग्लास स्लैब रखी हुई है। ग्लास स्लैब विच दी इंसीडेंट रे पास कर रही है एंड फिर रिफ्रैक्शन हो रही है। रिफ्रैक्शन तो बाद इमरजेंट रे जिहड़ी है वो बाहर निकल रही है। ये सारा हुण तक आपां कीता कि रे डायग्राम में तुसीं देख सकते हो। इत्थे तुसीं ग्लास स्लैब मान लैनी है ए बी सी डी है। इत्थे अपने कोले आपां ग्लास स्लैब सपोज कर लैंदे हां ए बी सी डी। इत्थों अपने कोले इंसीडेंट लाइट आ रही है जिन्हों आपां इत्थे लंब अपने कोले इत्थे एंगल आई बन रहा। इत्थे की बन रहा लंब दे वल मुड़ जाती है। इत्थे अपने कोले आर बन रहा, एंगल आर बन रहा। इत्थे अपने कोले एंगल आर डैश बन रहा। उस तो बाद ये लाइट लंब तो परे वाल मुड़ जाती है। इत्थे निकासी कोण बन रहा ई। तो इत्थे तुसी देखोगे जिहड़ी लेटरल शिफ्ट आई है उन्होंने आपां कैलकुलेट कर सकते हैं। इत्थे अपने कोले एयर आ, इत्थे की आ ग्लास। हुण जिहड़ा एंगल आई आ पहलां ही आपां यह अपवर्तन दा पहले नियम के अनुसार जिहड़ा एंगल आई हैगा वो हमेशा ग्रेटर होएगा एंगल आर तो। एंगल ऑफ इंसीडेंस इज ऑलवेज ग्रेटर दैन एंगल ऑफ रिफ्रैक्शन। जिहड़ा इमरजेंट रे दा एंगल हैगा वो वड्डा होएगा हमेशा आर डैश तो। एंगल आई हमेशा एंगल ई दे बराबर होएगा। ये जो आपां एक्सपैरीमेंट करांगे उस तो बाद जिहड़ियां भी आपां मैजरमेंट करांगे एंगल्स नूं मैजर करांगे उहदे तो आपां ये रिजल्ट जिहड़े फाइंड करांगे कि जिहड़ा एंगल आई आ वो एंगल ई दे बराबर होएगा। एंगल आई हमेशा एंगल आर तो वड्डा होएगा, उदा ही एंगल ई जिहड़ा हमेशा वड्डा होएगा आर डैश तो। ये आपां अज कीता सारा ग्लास दी स्लैब विचों प्रकाश दा अपवर्तन। थैंक यू। इफ जेकर तुहानूं वीडियो पसंद आई तो तुसीं वीडियो नूं लाइक करो एंड अगर तुसीं चैनल नूं सबसक्राइब नहीं किया प्लीज़ सबसक्राइब माई चैनल। थैंक यू।